तेग बहादुर सिमरिए घर नाउ निध आवे तारे। सब थाई होए सहाय, सब थाई होए सगाए, सब थाई होए सहाय, सब थाई होए सगाए, सब थाई होए सहाय, सब थाई होए सगाए, सब थाई होए सहाय, सब थाई होए सहाय, सब थाई होए सहाय। तेग बहादुर सिमरिए घर नाउ निध आवे तारे। तेग बहादुर सिमरिए घर नाउ निध आवे तारे। घर नाउ निध आवे तारे। घर नाउ निध आवे तारे। वाहिगुरु जी। रामकली महला तीजा आनंद को अंकार सतगुर प्रसाद। आनंद पाया मेरी माए सतगुरु मैं पाया सतगुर पाया सहज सेती मन वजियां वादाइयां। राग रतन परवार परियां शब्द गावन आया शब्दों शब्दों गावो हरे केरा मन जनी वसाया। कहे नानक आनंद होआ सतगुरु मैं पाया। ए मन मेरे तू सदा रहूं हर नाले। हर नाल हो तू मन मेरे दुख सब विसारना। अंगीकारो करे तेरा कार्य सब सवारना। सबना गला समरथ स्वामी सो क्यों मनो विसारे। कहे नानक मन मेरे सदा रहूं हर नाले। साचे साहिबा क्या नहीं करते रे करता तेरे। सब किछ है जिस ते है सो पावे। सदा सिफ्त सलाह तेरी नाम मन वसावे। राम जिनके मन वसिया बाजे शब्द कनेरे। कहे नानक सच्चे साहिब क्या नहीं करते रे। सच्चा नाम मेरा आधारो सच नाम आधार मेरा जन का सब गवाया। कर शांत सुख मन आए वसिया जिन इच्छा सब पुजाइया सदा कुर्बान। कुर्बान किता गुर बिटहूं जिस दियां वडियाइयां। कहे नानक सुनो संतो शब्द तरो प्यारो साचा नाम मेरा आधारो। वाजे पंच शब्द तित कर सपागे कर सपागे शब्द वाजे कला जित कर तारिया। पंच दूत तुद वस कीते काल कंटक मारिया तुर कर्म पाया तुत जिनको से नाम हर के लागे। कहे नानक तैस को आदित कर अनहद वाजे। अनंद सुनो वड भागियो सगल मनोरथ पूरे। पार ब्रह्म प्रभ पाया तरे सगल विसोरे। दुख रोग संताप तरे सुनी सच्ची वाणी। संत साजन भये सरसे पूरे गुर ते जानी। सुनते पुनीत कहते सतगुर रहया परपूरे। धनवंत नानक गुर चरण लागे वाजे अनहर तुरे श्लोक पवन गुरु पाणी। पिता माता तरत महाता। दिवस रात दोए दाई दाया खेलै सगल जगत। चंगियाइयां बुरियाइयां वाचे धर्म हदूर। करमी आपो अपनी के नेड़ के दूर। जिनी नाम ते आया गए मशक्कत काल। नानक ते मुख उजले खेती छुटी नाल। वाहिगुरु जी का खालसा वाहिगुरु जी की फतेह। श्री वाहिगुरु जी। एक ओंकार सतनाम करता पुरख निरभओ निर्वैर
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਭਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਔਰ ਧਾਰ ਵਿਚਾਰ ਮੁਰਾਰ ਰਮੋ ਰਾਮਾ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਇਵ ਨ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਭੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਭੀਨੇ ਪਤੀ ਤੋਰੈ ਮਾਲਨੀ ਪਤੀ ਪਤੀ ਜਿਉ ਜਿਸ ਪਾਹਨ ਕੋ ਪਤੀ ਤੋਰੈ ਸੋ ਪਾਹਨ ਨਿਰਜੀਉ ਭੂਲੀ ਮਾਲਨੀ ਹੈ ਏਉ ਸਤਿਗੁਰ ਜਾਗਤਾ ਹੈ ਦੇਉ ਬ੍ਰਹਮਪਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪ੍ਰਤਖ ਤੋਰੈ ਕਰਹਿ ਕਿਸ ਕੀ ਸੇਵ ਪਾਖਾਨ ਗੜ ਕੈ ਮੂਰਤ ਕੀਨੇ ਦੇ ਕੈ ਛਾਤੀ ਪਾਓ ਜੇ ਇਹੋ ਮੂਰਤ ਸਾਚੀ ਹੈ ਤਉ ਗੜਨ ਹਾਰੈ ਖਾਓ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਹਮ ਅਵ ਗੁਣ ਭਰੇ ਏਕ ਗੁਣ ਨਾਹੀ
ਅੰਮ੍ਰਿਤ ਛਾੜ ਬਿਖ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ। ਹੋਵੈ ਸਿਫਤ ਖਸੰਮਦੀ, ਨੂਰ ਅਰਸਹੁ ਕੁਰ ਸਹੁ। ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨ ਪਾਏ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨ ਪਾਇਆ ਜਾਏ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨ ਪਾਏ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨ ਪਾਇਆ ਜਾਏ। ਮਨ ਹਠ ਕਰਮ ਕਮਾਵਣੇ, ਥਾਏ ਨ ਕੋਈ ਪਾਏ। ਨਾਨਕ ਗੁਰਮੁਖ ਆਪ ਵਿਚਾਰੀਐ, ਵਿਚੋ ਆਪ ਗਵਾਏ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਬਸਿਆ ਮਨ ਆਏ। ਜੰਮਨ ਮਰਨਾ ਕਟਿਆ, ਜੋਤੀ ਜੋਤ ਮਿਲਾਏ। ਮਹੱਲਾ ਤੀਜਾ। ਬਿਲਾਵਲ ਕਰਹਿਓ ਤੁਮ ਪਿਆਰੇ ਹੋ, ਏਕਸ ਸਿਉ ਲਿਵ ਲਾਏ। ਜਨਮ ਮਰਨ ਦੁਖ ਕੱਟੀਐ, ਸੱਚੇ ਰਹਿ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲਹਿ ਸਤਿਗੁਰ ਭਾਏ। ਸਤ ਸੰਗਤੀ ਬਹਿ ਭਾਉ ਕਰ, ਸਦਾ ਹਰਿ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਪੌੜੀ। ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿਤ ਹਰ। ਸਭ ਕੋਈ ਹਰ ਕੈ ਵਸ, ਭਗਤਾ ਕੈ ਆਨੰਦ ਘਰ। ਹਰ ਭਗਤਾਂ ਕਾ ਮੇਲੀ ਸਰਬਤ, ਸੋ ਨਿਸੁਲ ਜਨ ਟੰਗ ਧਰ। ਹਰ ਭਗਤਾਂ ਕਾ ਮੇਲੀ ਸਰਬਤ, ਸੋ
ਨਿਸੁਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧ ਅਪੜ ਕੋਇ ਨ ਸਕੈ ਸਭ ਝਖ ਝਖ ਪਵੈ ਝਾੜ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧ ਅਪੜ ਕੋਇ ਨ ਸਕੈ ਸਭ ਝਖ ਝਖ ਪਵੈ ਝਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤਨਤਾ ਦੇ ਪਾਤਰ ਹੋ। ਗਰੀਬ ਨਵਾਜ ਦਇਆ ਨਿਧ ਅੰਤਰਯਾਮੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਦੁਰਲਭ ਸਵਾਸ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਸਾ ਜੀ ਦੀ ਵਾਰ ਦਾ ਕੀਰਤਨ ਸਾਡੀ ਚੇਤਨਾ ਹੈ, ਜਿਸ ਦੁਆਰਾ ਸਤਿਗੁਰੂ ਜੀ ਨੇ ਸਾਡੀ ਚੇਤਨਾ ਨੂੰ ਜਗਾਇਆ ਹੈ। ਸਮਾਜ 'ਚ ਫੈਲੀਆਂ ਬਦ ਫੈਲੀਆਂ ਕੁਰੀਤੀਆਂ, ਸਮਾਜ ਵਿੱਚ ਭੈੜਾ ਤੇ ਮਾੜਾ ਵਰਤ ਰਿਹਾ ਵਤੀਰਾ, ਸਤਿਗੁਰੂ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਤਿਸ ਦਾ ਖੰਡਨ ਕੀਤਾ ਹੈ। ਇਸ ਕਰਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਚੇਤਨਾ ਹੈ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬਿਲਾਵਲ ਰਾਗ ਚੋਂ, ਬਿਲਾਵਲ ਦੀ ਵਾਰ ਚੋਂ ਤੀਸਰੇ ਔਰ ਚੌਥੇ ਪਾਤਸ਼ਾਹ ਜੀ ਟੁੱਟੇ ਹਨ। ਮਨ ਬਿਰਤੀਆਂ ਕੁਝ ਸਮੇਂ ਲਈ ਇਕਾਗਰ ਕਰਨ ਦਾ ਯਤਨ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਦੂਜੈ ਪਾਏ ਬਿਲਾਵਲ ਨਾ ਹੋਵਈ ਮਨ ਮੁਖ ਥਾਏ ਨਾ ਪਾਈ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਹਨ। ਬਿਲਾਵਲ ਦੀ ਵਾਰ ਹੈ। ਪਾਤਸ਼ਾਹ ਕਹਿੰਦੇ ਦੂਜੇ ਭਾਵ ਵਿੱਚ ਦੂਜਾ ਪਾਏ। ਦੂਜਾ ਭਾਉ ਮਤਲਬ ਦੁਬਦਾ। ਦੂਜੇ ਭਾਉ ਦਾ ਮਤਲਬ ਹੈ ਦਵੈਸ਼, ਦੁਚਿਤੀ, ਜਿਹਨੂੰ ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਦੋ ਮਨਾਂ। ਇੱਕ ਮਨ ਕਹਿੰਦਾ ਕੰਮ ਕਰ ਲਓ, ਇੱਕ ਮਨ ਕਹਿੰਦਾ ਨਾ ਕਰੋ। ਇਹਨੂੰ ਕਹਿੰਦੇ ਨੇ ਦੋ ਵਿਦਾ। ਦੋ ਵਿਦਾ ਹੋਣੀਆਂ, ਦੋ ਰਾਹ ਹੋਣੇ ਤੇ ਚੋਣ ਕਰਨ ਵੇਲੇ ਸੋਚਣਾ ਇੱਧਰ ਜਾਈਏ ਕਿ ਇੱਧਰ ਜਾਈਏ ਤੇ ਟੁਰੀਏ ਹੈ ਨਾ, ਉਹਨੂੰ ਦੁਬਿਧਾ ਕਹਿੰਦੇ ਆ। ਜਦੋਂ ਤੱਕ ਦੁਬਿਧਾ ਹੈ ਉਦੋਂ ਤੱਕ ਹਿਰਦੇ 'ਚ ਬਿਲਾਵਲ ਨਹੀਂ ਹੋ ਸਕਦਾ। ਬਿਲਾਵਲ ਦਾ ਮਤਲਬ ਹੁੰਦਾ ਆਨੰਦ, ਪ੍ਰਸੰਨਤਾ,
ਖੇੜਾ। ਉਦੋਂ ਤੱਕ ਹਿਰਦੇ 'ਚ ਪ੍ਰਸੰਨਤਾ ਤੇ ਖੇੜਾ ਨਹੀਂ ਹੋ ਸਕਦਾ, ਆਨੰਦ ਨਹੀਂ ਹੋ ਸਕਦਾ, ਜਦੋਂ ਤੱਕ ਦੂਜਾ ਭਾਉ ਹੈ, ਦੁਬਦਾ ਹੈ। ਦੁਬਦਾ ਕੀ ਹੈ? ਪਰਮਾਰਥ ਦੇ ਰਸਤੇ ਤੇ ਇਹ ਦੁਬਦਾ ਹੋਣੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਫੈਸਲਾ ਨਾ ਕਰ ਸਕਣਾ, ਨਿਰਣਾ ਨਾ ਕਰ ਸਕਣਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਜਦੋਂ ਇਹਦਾ ਨਿਰਣਾ ਨਾ ਕਰ ਸਕੀ, ਉਹਨੂੰ ਕਹਿੰਦੇ ਨੇ ਦੁਬਦਾ। ਉਸ ਦੁਬਦਾ ਵਿੱਚ ਫਿਰ ਆਨੰਦ ਕਿੱਥੇ ਹੈ? ਮੀਆਂ ਬੀਬੀ 'ਚ ਦੁਬਦਾ ਪੈ ਜੇ, ਉੱਥੇ ਆਨੰਦ ਖਤਮ ਹੈ। ਭਾਈ ਭਾਈ ਵਿੱਚ ਦੁਬਦਾ ਪੈ ਜੇ, ਉੱਥੇ ਆਨੰਦ ਖਤਮ ਹੈ। ਕਿਸੇ ਮਿੱਤਰ ਮਿੱਤਰ ਵਿੱਚ ਦੁਬਦਾ ਪੈ ਜੇ, ਉੱਥੇ ਆਨੰਦ ਨਹੀਂ ਰਹਿੰਦਾ। ਤੇ ਸਾਡੇ ਹਿਰਦੇ 'ਚ ਜਦੋਂ ਅਸੀਂ ਦੁਬਦਾ ਪਾਲੀ ਹੋਵੇ ਤੇ ਫਿਰ ਆਨੰਦ ਕਿੱਥੇ ਹੈ? ਫਿਰ ਖੇੜਾ ਕਿੱਥੇ ਹੈ? ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ, ਦੂਜਾ ਭਾਏ ਬਿਲਾਵਲ ਨਾ ਹੋਵੇ। ਦੂਜੇ ਭਾਵ ਵਿੱਚ, ਦੁਬਦਾ ਵਿੱਚ, ਦਵੈਸ਼ ਵਿੱਚ ਕਦੇ ਵੀ ਬਿਲਾਵਲ ਖੇੜਾ ਨਹੀਂ ਹੁੰਦਾ। ਮਨਮੁਖ ਥਾਏ ਨਾ ਪਾਏ। ਜਿਹੜਾ ਮਨਮੁਖ ਹੈ ਉਹਨੂੰ ਥਾਂ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ, ਨਾ ਇੱਥੇ ਨਾ ਉੱਥੇ। ਦੋਹਾਂ ਜਹਾਨਾਂ ਵਿੱਚ, ਲੋਕ ਪਰਲੋਕ ਵਿੱਚ ਉਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਰਹਿੰਦਾ, 84 ਲੱਖ ਜੂਨੀਆਂ ਦੇ ਗੇੜੇ ਵਿੱਚ ਭਟਕਦਾ ਰਹਿੰਦਾ ਜਿਹੜਾ ਮਨਮੁਖ ਹੈ। ਪਾਖੰਡ ਭਗਤ ਨ ਹੋਵਈ, ਪਾਰ ਬ੍ਰਹਮ ਨ ਪਾਇਆ ਜਾਏ। ਪਖੰਡ 'ਚ ਭਗਤੀ ਨਹੀਂ ਹੋ ਸਕਦੀ। ਜਿੱਥੇ ਪਖੰਡ ਹੈ, ਵਿਖਾਵਾ, ਉੱਥੇ ਭਗਤੀ ਨਹੀਂ ਹੈ। ਭਾਵੇਂ ਕਿ ਉਹ ਕਹਿਣ ਕਿ ਅਸੀਂ ਭਗਤੀ ਕਰਦੇ ਹਾਂ, ਪਰ ਜੇ ਪਖੰਡ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਇਹੋ ਜਿਹੇ ਆਏ। ਕਹਿੰਦੇ ਜੀ ਰਾਸ ਕਰਦੇ ਨੇ, ਭਗਤੀ ਕਰਦੇ ਨੇ। ਉਹਨਾਂ ਦਾ ਲੋਟਾ ਕਿਤੇ ਗੁੰਮ ਹੋ ਗਿਆ ਜਿਹਦੇ 'ਚ ਪੈਸੇ ਸੀ, ਤੇ ਉਹਨਾਂ ਭਗਤੀਆਂ ਨੂੰ ਆਪਣੀ ਭਗਤੀ ਭੁੱਲ ਗਈ। ਮਹਾਰਾਜ ਜੀ ਨੇ ਵੇਖ ਕੇ ਬਚਨ ਉਚਾਰਨ ਕੀਤੇ, ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਣ ਫੇਰਨ ਸਿਰ, ਉਡ ਡਰਾਵਾ ਝਾਟੈ ਪਾਏ, ਵੇਖੈ ਲੋਕ ਹਸੈ ਘਰ ਜਾਏ, ਰੋਟੀਆਂ ਕਾਰਨ ਪੂਰਹਿ ਤਾਲ, ਆਪ ਪਛਾੜੈ ਧਰਤੀ ਨਾਲ। ਉਹ ਸਾਰਾ ਵਿਖਾਵਾ ਸੀ, ਪਖੰਡ ਸੀ। ਉਹ ਪਖੰਡ ਦਾ ਖੰਡਨ ਸਤਿਗੁਰਾਂ ਨੇ ਕੀਤਾ। ਜਿੱਥੇ ਪਖੰਡ ਹੈ ਉੱਥੇ ਭਗਤੀ ਨਹੀਂ ਹੁੰਦੀ। ਪਾਖੰਡ ਭਗਤ ਨਾ ਹੋ ਗਈ। ਨਿਤਨੇਮ ਕਰਦਿਆਂ, ਜਪਜੀ ਸਾਹਿਬ ਦਾ ਪਾਠ ਕਰਦਿਆਂ, ਜੇ ਕਿਤੇ ਮਾੜੀ ਮੋਟੀ ਵੀ ਅੰਸ ਮਨ 'ਚ ਆ ਗਈ ਕਿ ਮੈਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਨੂੰ ਕੋਈ ਵੇਖੇ, ਮਾੜੀ ਜੀ ਵੀ ਅੰਸ ਆ ਗਈ ਕਿ ਮੈਨੂੰ ਬਾਣੀ ਪੜ੍ਹਦੇ ਨੂੰ ਕੋਈ ਦੂਸਰਾ ਵੇਖੇ, ਉਸੇ ਵੇਲੇ ਉਹ ਵੀ ਪਖੰਡ ਬਣ ਜਾਣਾ, ਉਹਦਾ ਲਾਭ ਨਹੀਂ ਮਿਲਣਾ। ਤੁਸੀਂ ਕੋਈ ਵੀ ਪਰਮਾਰਥਕ ਕਾਰਜ ਕਰਦੇ ਹੋ, ਉਸ ਕਾਰਜ ਨੂੰ ਕਰਦਿਆਂ ਕਿਤੇ ਮਾੜੀ ਮੋਟੀ ਵੀ ਬੋ ਆ ਗਈ ਨਾ ਮਨ 'ਚ, ਵੀ ਵੇਖਣ, ਲੋਕ ਵੇਖਣ, ਦੁਨੀਆ ਵੇਖੇ, ਤਾਂ ਉਸੇ ਵਕਤ ਉਹ ਸਭ ਕੁਝ ਪਖੰਡ ਹੋ ਜਾਏਗਾ। ਇਸ ਕਰਕੇ ਜਿੱਥੇ ਪਖੰਡ ਹੈ ਉੱਥੇ ਭਗਤੀ ਨਹੀਂ ਹੈ। ਮਹਾਰਾਜ ਜੀ ਕਹਿੰਦੇ, ਪਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਪਖੰਡ ਵਿੱਚ ਭਗਤੀ ਨਹੀਂ ਹੁੰਦੀ ਤੇ ਪਾਰ ਬ੍ਰਹਮ ਪਰਮੇਸ਼ਰ ਦੀ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਖੰਡ ਵਿੱਚ ਜੇ ਕੋਈ ਭਗਤੀ ਕਰਕੇ ਕਹੇ ਵੀ ਮੈਂ ਰੱਬ ਨੂੰ ਪਾਉਣਾ ਹੈ, ਤਾਂ ਮਹਾਰਾਜ ਜੀ ਕਹਿੰਦੇ ਕਦੇ ਨਹੀਂ ਹੋ ਸਕਦਾ। ਹਾਂਜੀ, ਮਨ ਹਠ ਕਰਮ ਕਮਾਵਨੇ, ਥਾਏ ਨ ਕੋਈ ਪਾਏ। ਮਨ ਦੇ ਹੱਠ ਕਰਕੇ ਜੇ ਕੋਈ ਕਰਮ ਕਮਾਵੇ, ਵੀ ਮਨ ਦੇ ਹੱਠ ਨਾਲ, ਹੰਕਾਰ ਨਾਲ, ਹਉਮੈ ਵਿੱਚ ਆ ਕੇ ਲੰਗਰ ਲਾਵੇ, ਮਨ ਦੇ ਹੱਠ ਹੰਕਾਰ ਕਰਕੇ ਇਹ ਦਾਨ ਕਰੇ, ਪਿਆਉ ਲਾਵੇ,
ਪਾਤਸ਼ਾਹ ਕਹਿੰਦੇ ਮਨ ਦੇ ਹੱਠ ਨਾਲ ਕਮਾਏ ਹੋਏ ਜਿਹੜੇ ਕਰਮ ਨੇ ਉਹ ਪਰਮੇਸ਼ਰ ਥਾਏ ਨਹੀਂ ਪਾਉਂਦਾ। ਉਹ ਕਿਤੇ ਵੀ ਥਾਏ ਨਾ ਕੋਈ ਪਾਏ, ਉਹ ਕਿਸੇ ਥਾਂ ਨਹੀਂ ਪਾਏ ਜਾਂਦੇ, ਕਿਉਂਕਿ ਮਨ ਦੇ ਹੱਠ ਕਰਕੇ, ਹੰਕਾਰ ਕਰਕੇ, ਹੈਂਕੜ ਕਰਕੇ ਕਰਮ ਕਮਾਏ ਨੇ ਜਿਹੜੇ ਕਿਤੇ ਵੀ ਪ੍ਰਵਾਨ ਨਹੀਂ ਹੋਏ। ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚ ਹੋ ਆਪ ਗਵਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਸੱਜਣਾ ਇਉਂ ਕਰ, ਪਹਿਲਾਂ ਤੂੰ ਆਪਣੇ ਆਪ ਦੀ ਵਿਚਾਰ ਕਰਕੇ ਤੂੰ ਕੀ ਹੈ। ਆਪਣੇ ਆਪ ਨੂੰ ਵਿਚਾਰ, ਆਪਣੇ ਆਪੇ ਨੂੰ ਵਿਚਾਰਨ ਦਾ ਯਤਨ ਕਰ। ਨਾਨਕ ਗੁਰਮੁਖ ਆਪ ਵਿਚਾਰੀਐ, ਗੁਰੂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਆਪ ਨੂੰ ਵਿਚਾਰ। ਯਾਨੀ ਕਿ ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਨੂੰ ਸੁਣਦਿਆਂ ਫਿਰ ਆਪਣੇ ਆਪੇ ਨੂੰ ਵਿਚਾਰੋ। ਮੇਰਾ ਸਰੂਪ ਕੀ ਹੈ, ਮੇਰੀ ਹਸਤੀ ਕੀ ਹੈ, ਮੈਂ ਆਪਣਾ ਰੂਪ ਕੀ ਮੰਨੀ ਬੈਠਾ ਹਾਂ। ਗੁਰੂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਆਪਣੇ ਆਪ ਨੂੰ ਵਿਚਾਰੀਏ, ਵਿੱਚੋਂ ਆਪ ਗਵਾਏ। ਫਿਰ ਤੁਹਾਡੇ ਵਿੱਚੋਂ ਤੁਹਾਡਾ ਆਪਾ ਭਾਵ ਗਵਾਚ ਜਾਏਗਾ। ਤੁਹਾਡੇ ਵਿੱਚੋਂ ਤੁਹਾਡਾ ਆਪਾ ਭਾਵ ਮੁੱਕ ਜਾਏਗਾ, ਆਪਣੇ ਆਪੇ ਭਾਵ ਦੀ ਨਿਰਵਿਰਤੀ ਹੋ ਜਾਏਗੀ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਈ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਕਿ ਜਿਹੜੇ ਆਪੇ ਆਪ ਦੀ ਵਿਚਾਰ ਕਰਦੇ ਹਨ ਉਹ ਫਿਰ ਪਾਰ ਬ੍ਰਹਮ ਪਰਮੇਸ਼ਰ ਵਿੱਚ ਮਿਲ ਜਾਂਦੇ ਨੇ, ਔਰ ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜੰਮਣ ਮਰਣਾ ਕਟਿਆ, ਜੋਤੀ ਜੋਤ ਮਿਲਾਏ। ਉਹਨਾਂ ਦਾ ਜੰਮਣਾ ਤੇ ਮਰਨਾ ਕੱਟਿਆ ਜਾਂਦਾ ਹੈ। ਜੰਮਣ ਮਰਣਾ ਕੱਟਿਆ, ਜੋਤੀ ਜੋਤ ਮਿਲਾਏ। ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ 'ਚ ਮਿਲ ਜਾਂਦੇ ਨੇ, ਅਭੇਦ ਹੋ ਜਾਂਦੇ ਨੇ, ਉਹਨਾਂ ਦਾ ਜੰਮਣਾ ਤੇ ਮਰਨਾ ਦੋਵੇਂ ਕੱਟੇ ਜਾਂਦੇ ਹਨ। ਮਹੱਲਾ ਤੀਜਾ, ਬਿਲਾਵਲ ਕਰਿਓ ਤੁਮ ਪਿਆਰੇ ਹੋ, ਏਕ ਅਸਾ ਸਿਉ ਲਿਵ ਲਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਬਿਲਾਵਲ ਕਰਿਓ ਤੁਮ ਪਿਆਰੇ ਹੋ। ਹੇ ਪਿਆਰਿਓ, ਆਨੰਦ ਬਣਾਓ, ਆਪਣੇ ਹਿਰਦੇ 'ਚ ਖੇੜਾ ਮਹਿਸੂਸ ਕਰੋ। ਬਿਲਾਵਲ ਦਾ ਮਤਲਬ ਹੁੰਦਾ ਆਨੰਦ, ਖੇੜਾ। ਖਾਲਸਾ ਜੀ, ਵੈਸੇ ਸਾਡੇ ਅੰਦਰ ਇਹ ਬੋਧ ਨਹੀਂ ਕਿ ਖੇੜਾ ਕੀ ਹੈ, ਪ੍ਰਸੰਨਤਾ ਕੀ ਹੈ। ਕਿਸੇ ਨੇ ਪੁੱਛਿਆ, ਗੁਰੂ ਨੂੰ ਆਸਰਾ ਬਣਾ ਕੇ ਆਪਣੇ ਹਿਰਦੇ 'ਚ ਗ੍ਰਹਿਣ ਕੀਤਿਆਂ ਤਤਕਾਲ ਤਤ ਛਿਨ ਕਿਹੜਾ ਫਲ ਪ੍ਰਾਪਤ ਹੁੰਦਾ? ਗੁਰੂ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਕੇ ਜਦੋਂ ਗੁਰੂ ਨੂੰ ਆਸਰਾ ਕਰਕੇ ਜਾਣ ਲਈਏ, ਤਤ ਛਿਨ ਤਤਕਾਲ ਉਸੇ ਵਕਤ ਕਿਸ ਫਲ ਦੀ ਪ੍ਰਾਪਤੀ ਹੁੰਦੀ ਹੈ? ਗੁਰੂ ਸਾਹਿਬ ਜੀ ਨੂੰ ਆਪਣਾ ਆਸਰਾ ਬਣਾ ਕੇ ਤਤ ਛਿਨ ਤਤਕਾਲ ਜਿਹੜਾ ਫਲ ਪ੍ਰਾਪਤ ਹੁੰਦਾ ਹੈ, ਉਹ ਹੈ ਸਾਡੇ ਚਿੱਤ ਦੀ ਪ੍ਰਸੰਨਤਾ, ਚਿੱਤ ਦਾ ਖੇੜਾ। ਪ੍ਰਸੰਨਤਾ ਔਰ ਸੁਖ ਦੋਨਾਂ ਵਿੱਚ ਫਰਕ ਹੈ। ਸੁਖ, ਕੋਈ ਚੰਗਾ ਪਦਾਰਥ ਖਾ ਲਈਏ ਤੇ ਅਸੀਂ ਪ੍ਰਸੰਨ ਨਹੀਂ ਹੁੰਦੇ, ਸੁਖੀ ਹੁੰਨੇ ਆ ਵੀ ਵਧੀਆ ਵਸਤੂ ਖਾਧੀ ਹੈ। ਉਹਦੇ ਸੁੱਖ ਦਾ ਅਨੁਭਵ ਸਾਡੇ ਮਨ 'ਚ ਹੁੰਦਾ ਹੈ। ਸਾਡਾ ਮਨ ਕੇਂਦਰ ਹੈ ਸੁੱਖ ਤੇ ਦੁੱਖ ਦਾ। ਸੁੱਖ ਨੂੰ ਵੀ ਮਨ ਮਹਿਸੂਸ ਕਰਦਾ ਤੇ ਦੁੱਖ ਨੂੰ ਵੀ ਮਨ ਮਹਿਸੂਸ ਕਰਦਾ। ਪਰ ਜਿਹੜੀ ਪ੍ਰਸੰਨਤਾ ਹੈ ਉਹ ਮਨ ਨੂੰ ਮਹਿਸੂਸ ਨਹੀਂ ਹੁੰਦੀ। ਪ੍ਰਸੰਨਤਾ, ਖੇੜਾ, ਉਹ ਮਨ ਨੂੰ ਮਹਿਸੂਸ ਨਹੀਂ ਹੁੰਦੀ। ਕੋਈ ਸਾਡੀ ਬੁੱਧੀ ਦੀ ਸ਼ਲਾਘਾ ਕਰੇ ਕਿ ਤੇ ਬੜਾ ਸਿਆਣਾ ਹੈ, ਬੜੀ ਸੂਝਵਾਨ ਬਿਰਤੀ ਹੈ, ਉਹਦੇ ਨਾਲ ਕੇਵਲ ਹਿਰਦੇ ਦਾ ਸੁੱਖ ਤਾਂ ਮਿਲੇਗਾ, ਚਿੱਤ ਦੀ ਪ੍ਰਸੰਨਤਾ ਨਹੀਂ ਹੋਵੇਗੀ। ਘਰ 'ਚ ਸਾਰੇ ਪਦਾਰਥ ਮੌਜੂਦ ਹੋਣ, ਸਾਰੀਆਂ ਵਸਤੂਆਂ ਮੌਜੂਦ ਹੋਣ, ਮਨ ਨੂੰ ਸੁੱਖ ਤਾਂ ਦਿੰਦੀਆਂ ਨੇ,
ਪਰ ਚਿੱਤ ਦੀ ਪ੍ਰਸੰਨਤਾ ਨਹੀਂ ਹੁੰਦੀ ਉਹਦੇ 'ਚ, ਜਿਹਨੂੰ ਖੇੜਾ ਕਹਿੰਦੇ ਆ। ਉਹ ਵਸਤੂਆਂ ਸੁਖਦਾਈ ਤਾਂ ਹੁੰਦੀਆਂ ਨੇ, ਉਹ ਪਦਾਰਥ ਸੁਖਦਾਈ ਤਾਂ ਹੁੰਦੇ ਨੇ, ਪਰ ਚਿੱਤ ਦੀ ਜਿਹੜੀ ਪ੍ਰਸੰਨਤਾ ਹੈ, ਉਹ ਪ੍ਰਸੰਨਤਾ ਕੇਵਲ ਗੁਰੂ ਨੂੰ ਆਪਣਾ ਆਸਰਾ ਬਣਾ ਕੇ ਹੀ ਪ੍ਰਾਪਤ ਹੁੰਦੀ ਹੈ। ਉਹ ਸਾਡਾ ਚਿੱਤ ਹੈ। ਮਨ, ਬੁੱਧ, ਚਿੱਤ ਤੇ ਅਹੰਕਾਰ, ਇਹ ਚਾਰ ਬਿਰਤੀਆਂ ਨੇ। ਚਾਰਾਂ ਦਾ ਵੱਖੋ ਵੱਖਰਾ ਕੰਮ ਹੈ। ਮਨ ਦਾ ਕੰਮ ਹੈ ਸੁੱਖ ਦੁੱਖ ਨੂੰ ਅਨੁਭਵ ਕਰਨਾ, ਸੰਕਲਪ ਵਿਕਲਪ ਕਰਨੇ, ਕੋਈ ਸਿਫਤ ਕਰੇ ਅਹੰਕਾਰ ਕਰਨਾ। ਬੁੱਧੀ ਦਾ ਕੰਮ ਹੈ ਨਿਰਣਾ ਕਰਨਾ, ਤੇ ਚਿੱਤ ਦਾ ਕੰਮ ਹੁੰਦਾ ਪ੍ਰਸੰਨ ਹੋਣਾ। ਤੇ ਚਿੱਤ ਉਸ ਵੇਲੇ ਪ੍ਰਸੰਨ ਹੁੰਦਾ ਜਦੋਂ ਇਹ ਚਿੱਤ ਗੁਰੂ ਦੇ ਚਰਨਾਂ ਦਾ ਆਸਰਾ ਗ੍ਰਹਿਣ ਕਰ ਲੈਂਦਾ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਕੀ ਓਟ। ਚਿੱਤ ਜਦੋਂ ਗੁਰੂ ਦੇ ਚਰਨਾਂ ਦਾ ਆਸਰਾ ਗ੍ਰਹਿਣ ਕਰਦਾ ਤਾਂ ਉਦੋਂ ਇਹ ਚਿੱਤ ਪ੍ਰਸੰਨ ਹੋ ਜਾਂਦਾ। ਉਦੋਂ ਇਸ ਚਿੱਤ 'ਚ ਬਿਲਾਵਲ ਪੈਦਾ ਹੁੰਦਾ, ਆਨੰਦ ਪੈਦਾ ਹੁੰਦਾ। ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਉਹ ਬਿਲਾਵਲ ਬਖਸ਼ਦੇ ਨੇ, ਉਹ ਆਨੰਦ ਬਖਸ਼ਦੇ ਨੇ, ਤੇ ਕਹਿੰਦੇ ਹੇ ਮੇਰੇ ਪਿਆਰੇ ਹੋ, ਬਿਲਾਵਲ ਕਰਿਓ, ਆਨੰਦ ਕਰੋ, ਹਿਰਦੇ ਵਿੱਚ ਆਨੰਦ ਨੂੰ ਮਾਣੋ, ਹਿਰਦੇ 'ਚ ਖੇੜੇ ਤੇ ਵਿਗਾਸ ਨੂੰ ਮਹਿਸੂਸ ਕਰੋ, ਚਿੱਤ ਦੀ ਪ੍ਰਸੰਨਤਾ ਨੂੰ ਹਿਰਦੇ 'ਚ ਗ੍ਰਹਿਣ ਕਰੋ। ਏਕਸ ਸਿਉ ਲਿਵ ਲਾਏ। ਪੁੱਛਿਆ ਮਹਾਰਾਜ, ਸਾਡਾ ਚਿੱਤ ਬਿਲਾਵਲ ਨੂੰ ਕਿਵੇਂ ਪ੍ਰਾਪਤ ਹੋਵੇਗਾ, ਸਾਡੇ ਹਿਰਦੇ 'ਚ ਆਨੰਦ ਕਿਵੇਂ ਵਰਤੇਗਾ? ਤਾਂ ਮਹਾਰਾਜ ਜੀ ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਚਿੱਤ ਲਾ ਕੇ, ਕਿਉਂਕਿ ਉੱਪਰ ਕਹਿ ਆਏ ਨੇ ਦੂਜਾ ਭਾਏ ਬਿਲਾਵਲ ਨਾ ਹੋਵੇ। ਦੁਬਦਾ ਵਿੱਚ ਲੱਗ ਕੇ ਬਿਲਾਵਲ ਨਹੀਂ ਹੁੰਦਾ, ਆਨੰਦ ਨਹੀਂ ਹੁੰਦਾ। ਪੁੱਛਿਆ ਜੀ ਫਿਰ ਕਿਵੇਂ ਆਨੰਦ ਹੁੰਦਾ? ਮਹਾਰਾਜ ਕਹਿੰਦੇ ਦੁਬਦਾ ਨੂੰ ਛੱਡ ਕੇ ਇੱਕ ਨਾਲ ਚਿੱਤ ਲਾ ਕੇ ਆਨੰਦ ਬਣਦਾ। ਏਕਸ ਸਿਉ ਚਿੱਤ ਲਾਏ, ਇੱਕ ਦੇ ਨਾਲ ਚਿੱਤ ਲਾ ਕੇ, ਇੱਕ ਨਾਲ ਆਪਣੀ ਸੁਰਤ ਜੋੜ ਕੇ ਹਿਰਦੇ 'ਚ ਬਿਲਾਵਲ ਹੁੰਦਾ ਹੈ, ਹਿਰਦੇ ਵਿੱਚ ਆਨੰਦ ਤੇ ਖੇੜਾ ਮਹਿਸੂਸ ਹੁੰਦਾ ਹੈ। ਜਦੋਂ ਇੱਕ ਨਾਲ ਚਿੱਤ ਲੱਗੇ, ਇੱਕ ਨਾਲ ਸੁਰਤ ਜੁੜੇ। ਜਦੋਂ ਥਾਂ ਥਾਂ ਤੇ ਦਰਬਦਰ ਭਟਕਦਾ ਫਿਰੇ, ਕਦੇ ਕਿਸੇ ਤੇ ਨਿਸ਼ਚਾ, ਕਦੇ ਕਿਸੇ ਤੇ ਨਿਸ਼ਚਾ, ਕਦੇ ਕਿਸੇ ਤੇ ਭਰੋਸਾ, ਕਦੇ ਕਿਤੇ ਭਰੋਸਾ, ਉਦੋਂ ਆਨੰਦ ਬਣਨਾ ਹੀ ਨਹੀਂ। ਜਦੋਂ ਇੱਕ ਤੇ ਟੇਕ ਹੁੰਦੀ ਹੈ, ਇੱਕ ਤੇ ਆਸਰਾ ਹੁੰਦਾ ਹੈ, ਉਦੋਂ ਹਿਰਦੇ ਵਿੱਚ ਬਿਲਾਵਲ ਹੈ, ਉਦੋਂ ਹਿਰਦੇ 'ਚ ਆਨੰਦ ਹੈ, ਉਦੋਂ ਹਿਰਦੇ 'ਚ ਖੇੜਾ ਹੈ। ਮਹਾਰਾਜ ਜੀ ਕਹਿੰਦੇ ਤੂੰ ਤਾਂ ਬਿਲਾਵਲ ਵਿੱਚ ਆਵੇਂਗਾ, ਤੂੰ ਤਾਂ ਖੇੜੇ ਵਿੱਚ ਆਨੰਦ ਵਿੱਚ ਆਵੇਂਗਾ, ਜੇ ਤੂੰ ਇੱਕ ਨਾਲ ਅਕਾਲ ਪੁਰਖ ਪਰਮੇਸ਼ਰ ਨਾਲ ਆਪਣਾ ਚਿੱਤ ਜੋੜ ਲਵੇਂ। ਜਨਮ ਮਰਨ ਦੁਖ ਕੱਟੀਐ, ਸੱਚੇ ਰਹਿ ਸਮਾਏ। ਜਦੋਂ ਇੱਕ ਨਾਲ ਚਿੱਤ ਜੋੜੇਗਾ ਤਾਂ ਮਹਾਰਾਜ ਜੀ ਕਹਿੰਦੇ ਤੇਰੇ ਜੰਮਣ ਤੇ ਮਰਨ ਦਾ ਦੁੱਖ ਕੱਟਿਆ ਜਾਏਗਾ। ਜਨਮ ਮਰਨ ਦੁੱਖ ਕੱਟੀਐ, ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਏਗਾ। ਸੱਚੇ ਰਹਿ ਸਮਾਏ, ਫਿਰ ਸੱਚ 'ਚ ਸਮਾਈ ਹੋ ਜਾਵੇਗੀ, ਸੱਚ ਵਿੱਚ ਅਭੇਦਤਾ ਹੋ ਜਾਏਗੀ। ਜੋ ਸੱਚ ਹੈ, ਜੋ ਵਾਸਤਵਿਕ ਹੈ, ਉਹਦੇ ਵਿੱਚ ਜਾ ਕੇ ਮਿਲ ਜਾਏਗਾ। ਸਦਾ ਬਿਲਾਵਲ ਆਨੰਦ ਹੈ, ਜੇ ਚੱਲਹਿ ਸਤਿਗੁਰ ਭਾਈ। ਮਹਾਰਾਜ ਜੀ ਕਹਿੰਦੇ ਪੇ ਤੇਰੇ ਅੰਦਰ ਸਦਾ ਹੀ ਬਿਲਾਵਲ, ਸਦਾ ਹੀ ਆਨੰਦ, ਸਦਾ ਹੀ ਖੇੜਾ ਬਣਿਆ ਰਹੇਗਾ। ਜੇ ਗੁਰੂ ਦੇ ਭਾਣੇ 'ਚ ਚੱਲੇ, ਗੁਰੂ ਦੀ ਰਜ਼ਾ 'ਚ ਚੱਲੇ, ਜੋ ਗੁਰੂ ਨੇ ਕਿਹਾ ਉਹਨੂੰ ਮੰਨੇ। ਇੱਕ ਸੱਜਣ ਪੇਟ ਦੀ ਬਿਮਾਰੀ ਕਰਕੇ ਗਰਸਿਆ ਹੋਇਆ ਇੱਕ ਵੈਦ ਕੋਲ ਗਿਆ। ਵੈਦ ਨੇ ਉਸ ਦੀ ਨਾੜੀ ਦੀ ਪ੍ਰੀਖਿਆ ਕੀਤੀ, ਵੇਖਿਆ, ਉਹਨੂੰ ਆਖਿਆ ਹਲਕਾ ਖਾਣਾ, ਭਾਰਾ ਨਹੀਂ ਖਾਣਾ, ਹਲਕਾ ਹਲਕਾ ਖਾਣਾ। ਚੱਲਿਆ, ਵੇਖਿਆ ਕਿ ਧਰਤੀ ਤੋਂ ਹਲਕਾ ਪਾਣੀ ਹੈ, ਮਿੱਟੀ ਥੱਲੇ ਬਹਿ ਜਾਂਦੀ ਹੈ, ਪਾਣੀ ਉੱਤੇ ਤਰ ਜਾਂਦਾ।
ਪਾਣੀ ਹਲਕਾ, ਇਹਨੂੰ ਗ੍ਰਹਿਣ ਕਰਨਾ ਚਾਹੀਦਾ। ਵੈਦ ਨੇ ਕਿਹਾ ਹਲਕਾ ਹਲਕਾ ਖਾਣਾ ਹੈ। ਪਾਣੀ ਦੇ ਵਿੱਚ ਪਾਣੀ ਭਾਰਾ ਹੈ ਤੇ ਤੇਲ ਪਾਈਏ ਤੇ ਤੇਲ ਉੱਤੇ ਤਰ ਜਾਂਦਾ, ਯਾਨੀ ਕਿ ਪਾਣੀ ਨਾਲੋਂ ਹਲਕਾ ਤੇਲ ਹੈ। ਕਹਿੰਦਾ ਇਹ ਵੀ ਬਿਲਕੁਲ ਸਹੀ ਹੈ, ਤੇਲ ਹਲਕਾ ਹੈ ਪਾਣੀ ਤੋਂ। ਕਹਿੰਦਾ ਤੇਲ ਜਦੋਂ ਕੜਾਹੀ 'ਚ ਪਾ ਕੇ ਰੱਖੀਏ, ਵਿੱਚ ਪੂੜੀਆਂ ਤਲੀਏ, ਪੂੜੇ ਤਲੀਏ, ਉਹ ਤੇਲ ਤੋਂ ਵੀ ਹਲਕੀਆਂ ਨੇ, ਉੱਤੇ ਉੱਤੇ ਤਰ ਜਾਂਦੀਆਂ ਨੇ। ਹੁਣ ਇਹ ਖਾਣੀਆਂ ਚਾਹੀਦੀਆਂ ਨੇ, ਇਹਦੇ ਤੋਂ ਹਲਕਾ ਭੋਜਨ ਤਾਂ ਹੋਰ ਹੋ ਨਹੀਂ ਸਕਦਾ। ਇਹ ਹੈ ਮਾਨਸਿਕਤਾ ਮਨੁੱਖ ਦੀ। ਇਹ ਕਹਿੰਦਾ ਮੈਂ ਗੁਰੂ ਦਾ ਹੁਕਮ ਵੀ ਪਾਲ ਰਿਹਾ, ਗੁਰੂ ਦੇ ਭਾਣੇ 'ਚ ਚੱਲ ਰਿਹਾ। ਉੱਤੋਂ ਵਿਖਾਵਾ ਇਹੀ ਹੈ ਕਿ ਗੁਰੂ ਨੇ ਕਿਹਾ ਹਲਕਾ ਖਾਣਾ, ਗੁਰੂ ਨੇ ਕਿਹਾ ਆਹ ਪਰਹੇਜ਼ ਰੱਖਣੇ ਨੇ, ਨਾਲ ਨਾਲ ਆਪਣੀ ਮਾਨਸਿਕਤਾ ਦੇ ਮੁਤਾਬਕ ਜੋ ਸਾਡੀ ਸਹੂਲਤ ਬਣਦੀ ਹੈ ਉਹਦੇ ਮੁਤਾਬਕ ਅਸੀਂ ਜਾਣ ਕੇ ਜੀ ਵੇਖੋ ਗੁਰੂ ਸਾਹਿਬ ਨੇ ਕਿਹਾ ਸੀ, ਅਸੀਂ ਇਹ ਤਾਂ ਕੀਤਾ। ਇਹ ਹੈ ਮਨੁੱਖ ਦੀ ਫਿਤਰਤ, ਇਹ ਹੈ ਮਨੁੱਖ ਦਾ ਸੁਭਾਅ। ਗੁਰੂ ਕੇ ਸਿੱਖ ਦਾ ਕਰਤੱਵ ਹੈ ਆਪਣੇ ਮਾਲਕ ਦੇ, ਆਪਣੇ ਸਾਹਿਬ ਦੀ ਰਜ਼ਾ ਵਿੱਚ ਚੱਲਣਾ। ਜੇ ਚੱਲਹਿ ਸਤਿਗੁਰ ਭਾਏ, ਭਾਣੇ 'ਚ ਰਹਿਣਾ, ਜੋ ਗੁਰੂ ਨੇ ਕਿਹਾ ਉਹਦੇ ਮੁਤਾਬਕ ਚੱਲਣਾ, ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ। ਤੇ ਆਪਣੀ ਮਰਜ਼ੀ ਮੁਤਾਬਕ ਗੁਰੂ ਦੀ ਰਜ਼ਾ ਨੂੰ ਬਣਾਉਣਾ ਨਹੀਂ, ਕਿ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਦੇ ਅਰਥ ਵੀ ਕਈਆਂ ਨੇ ਆਪਣੀ ਮਰਜ਼ੀ ਮੁਤਾਬਕ ਬਣਾਏ ਹੁੰਦੇ ਆ। ਕਿ ਵੇਖੋ ਜੀ ਇਹ ਗੁਰਬਾਣੀ 'ਚ ਲਿਖਿਆ, ਇੱਕ ਨੱਚਦਾ ਟੱਪਦਾ ਸੀ, ਨੱਚਣ ਲੱਗ ਪਿਆ ਤੇ ਉਹਨੇ ਕਿਸੇ ਆਖਿਆ ਉਹ ਤੂੰ ਨੱਚੀ ਜਾਂਦਾ। ਕਹਿੰਦਾ ਜੀ ਬਾਣੀ ਕਹਿੰਦੀ ਆ ਨੱਚੋ, ਬਾਣੀ ਕਹਿੰਦੀ ਆ ਨੱਚਣਾ ਟੱਪਣਾ ਜਿਹੜਾ ਇਹ ਤਾਂ ਮਨ ਦਾ ਚਾਹੋ ਹੈ। ਲੋਕਾਂ ਨੇ ਗੁਰਬਾਣੀ ਦੇ ਭਾਵਾਂ ਨੂੰ ਵੀ ਆਪਣੀ ਮਰਜ਼ੀ ਮੁਤਾਬਕ ਢਾਲਣ ਦਾ ਯਤਨ ਕੀਤਾ ਕਿ ਗੁਰਬਾਣੀ ਨੇ ਕਿਹਾ। ਜਿਵੇਂ ਉਹ ਕਹਿੰਦਾ ਸੀ ਨਾ ਵੀ ਹਲਕਾ ਹਲਕਾ ਖਾਣਾ, ਵੈਦ ਨੇ ਕਿਹਾ, ਮਰਜ਼ੀ ਆਪਣੀ ਬਣਾ ਲਈ ਵੀ ਆਹ ਚੀਜ਼ ਹਲਕੀ ਹੈ। ਏਦਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਵੀ ਬਹੁਤ ਸਾਰੇ ਲੋਕ ਆਪਣੀ ਮਰਜ਼ੀ ਨਾਲ ਤਰੋੜ ਮਰੋੜ ਕੇ ਆਪਣੀ ਸਹੂਲਤ ਦੇ ਮੁਤਾਬਕ ਢਾਲ ਲੈਂਦੇ ਆ। ਇਹ ਯੋਗ ਨਹੀਂ ਹੈ। ਸਤਿਗੁਰੂ ਜੀ ਦੀ ਜੋ ਰਜ਼ਾ ਹੈ, ਗੁਰਦੇਵ ਦਾ ਜੋ ਹੁਕਮ ਹੈ, ਉਹਦੇ ਅਨੁਸਾਰ ਹੀ ਹੋ ਕੇ ਚੱਲਣਾ। ਇਹ ਗੁਰਸਿੱਖ ਦਾ ਕਰਤੱਵ ਹੈ, ਇਹ ਗੁਰਸਿੱਖ ਦਾ ਫਰਜ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ। ਉਹਦਾ ਮੂਲ ਕਾਰਨ ਹੈ ਕਿਉਂਕਿ ਉਹ ਆਪਣੇ ਮਾਲਕ ਦੀ, ਆਪਣੇ ਸਤਿਗੁਰਾਂ ਦੀ ਰਜ਼ਾ 'ਚ ਚੱਲਦੇ ਨੇ। ਸਦਾ ਬਿਲਾਵਲ ਆਨੰਦ ਹੈ ਜੇ ਚੱਲਹਿ ਸਤਿਗੁਰ ਭਾਏ। ਜਿਹੜੇ ਸਤਿਗੁਰਾਂ ਦੇ ਭਾਣੇ ਵਿੱਚ ਗੁਰਦੇਵ ਦੀ ਰਜ਼ਾ 'ਚ ਚੱਲਦੇ ਨੇ ਉਹਨਾਂ ਦੇ ਹਿਰਦਿਆਂ 'ਚ ਸਦਾ ਹੀ ਬਿਲਾਵਲ ਰਹਿੰਦਾ, ਉਹਨਾਂ ਦੇ ਹਿਰਦਿਆਂ 'ਚ ਸਦਾ ਹੀ ਆਨੰਦ ਰਹਿੰਦਾ, ਸਦਾ ਹੀ ਖੇੜਾ ਰਹਿੰਦਾ, ਚਾਹੇ ਉਹ ਤੱਤੀਆਂ ਤਵੀਆਂ ਤੇ ਬੈਠੇ ਹੋਣ, ਦੇਗਾਂ 'ਚੋਂ ਬਲਦੇ ਹੋਣ। ਆਪਣੇ ਮਾਲਕ ਦੇ ਭਾਣੇ 'ਚ ਚੱਲ ਕੇ ਉਹ ਤੱਤੀਆਂ ਤਵੀਆਂ ਤੇ ਬੈਠੇ ਵੀ ਆਨੰਦ 'ਚ ਰਹਿੰਦੇ ਹਨ। ਬੰਦ ਕੱਟੇ ਜਾਣ ਤੇ ਵੀ ਉਹਨਾਂ ਦਾ ਹਿਰਦਾ ਆਨੰਦ ਨਾਲ, ਬਿਲਾਵਲ ਨਾਲ ਭਰਿਆ ਰਹਿੰਦਾ ਹੈ। ਖੋਪਰ ਉਤਰਦਿਆਂ ਵੀ 22 ਦਿਨ ਤੱਕ ਆਨੰਦ 'ਚ ਰਹਿੰਦੇ ਹਨ। ਜਿਹੜੇ ਆਪਣੇ ਮਾਲਕ ਦੀ, ਆਪਣੇ ਸਾਹਿਬ ਦੀ ਰਜ਼ਾ 'ਚ ਚੱਲਦੇ ਨੇ, ਸਤਿਗੁਰਾਂ ਦੇ ਭਾਣੇ ਵਿੱਚ ਚੱਲਦੇ ਹਨ। ਸਤ ਸੰਗਤੀ ਬਹਿ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਜਿਹੜੇ ਗੁਰਮੁਖ ਨੇ ਉਹ ਸਤ ਸੰਗਤ ਵਿੱਚ ਬਹਿ ਕੇ ਪ੍ਰੇਮ ਨਾਲ, ਭਾਉ ਨਾਲ ਸੰਗਤ ਵਿੱਚ ਬਹਿੰਦੇ ਆ, ਔਰ ਸਤ ਸੰਗਤ ਵਿੱਚ ਬਹਿ ਕੇ ਸਦਾ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ। ਸਦਾ ਹਰ ਕੇ ਗੁਣ ਗਾਏ, ਉਹ ਸਦਾ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਨਾਨਕ ਸੇ ਜਨ ਸੋਹਣੇ,
ਜੇ ਗੁਰਮੁਖ ਮੇਲ ਮਿਲਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਉਹ ਜਨ ਸੋਹਣੇ ਹਨ ਜਿਹੜੇ ਗੁਰੂ ਕੇ ਮੁਖ ਦੁਆਰਾ ਉਪਦੇਸ਼ ਸੁਣ ਕੇ ਗੁਰੂ ਨਾਲ ਮੇਲ ਮਿਲਾਉਂਦੇ ਹਨ। ਗੁਰਮੁਖ ਮੇਲ ਮਿਲਾਏ, ਜਿਹੜੇ ਗੁਰਮੁਖਾਂ ਦਾ ਮੇਲਾ ਮਿਲਾਉਣ, ਉਹ ਜਨ ਸੋਹਣੇ ਹਨ, ਸੁੰਦਰ ਹਨ। ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿੱਤ ਹਰ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸਾਹਿਬ ਜੀ ਉਚਾਰਦੇ ਨੇ, ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿੱਤ ਹਰ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਸਮਸਤ ਜੀਵਾਂ ਵਿੱਚ ਆਪ ਹੀ ਵਰਤਦਾ ਹੈ, ਆਪ ਹੀ ਹੈ ਸਭ ਥਾਈਂ। ਰਾਜਿਆਂ 'ਚ ਰਾਜਾ ਬਣ ਕੇ ਬਿਰਾਜਿਆ ਹੋਇਆ, ਜੋਗੀਆਂ 'ਚ ਯੋਗੀ ਬਣ ਕੇ ਬਿਰਾਜਿਆ ਹੋਇਆ, ਭੋਗੀਆਂ 'ਚ ਭੋਗੀ ਬਣ ਕੇ ਬਿਰਾਜਿਆ ਹੋਇਆ, ਸਾਰਿਆਂ ਵਿੱਚ ਆਪ ਹੀ ਵਰਤਦਾ ਹੈ। ਔਰ ਉਹੀ ਅਕਾਲ ਪੁਰਖ ਪਰਮੇਸ਼ਰ ਜੋ ਸਾਰਿਆਂ ਵਿੱਚ ਵਸਦਾ ਹੈ, ਉਹ ਭਗਤਾਂ ਦਾ ਮਿੱਤਰ ਹੈ। ਭਗਤਾਂ ਕਾ ਮਿੱਤ ਹਰ, ਉਹ ਹਰੀ ਆਪਣੇ ਭਗਤਾਂ ਦਾ ਮਿੱਤਰ ਹੈ, ਆਪਣੇ ਭਗਤਾਂ ਦਾ ਪਿਆਰਾ ਹੈ। ਹਾਂਜੀ, ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਭਗਤ ਜਨ ਇਹ ਜਾਣਦੇ ਨੇ ਕਿ ਕਿਸੇ ਜੀਵ ਜੰਤੂ ਦੇ ਵਸ ਕੁਝ ਵੀ ਨਹੀਂ, ਸਭ ਕੁਝ ਹਰੀ ਦੇ ਵਸ ਵਿੱਚ ਹੈ। ਭਗਤਾਂ ਦੀ ਅਵਸਥਾ ਹੈ ਕਿ ਕਿਸੇ ਦੇ ਵਸ ਨਹੀਂ ਕੁਝ, ਸਭ ਕੁਝ ਹਰੀ ਦੇ ਵਸ ਹੈ। ਸਭ ਕੋਈ ਹਰ ਕੈ ਵਸ, ਸਭ ਕੋਈ ਹਰੀ ਦੇ ਵਸ ਵਿੱਚ ਹੈ। ਭਗਤ ਪ੍ਰਹਿਲਾਦ ਜੀ ਕਹਿੰਦੇ ਤੇਰੇ ਵਸ ਕੀ ਹੈ, ਹਰਨਾਕਸ਼ ਨੂੰ। ਇਹ ਸਭ ਕੁਝ ਹਰੀ ਦੇ ਵਸ ਹੈ, ਅਕਾਲ ਪੁਰਖ ਦੇ ਵਸ ਹੈ। ਤੋ ਹਰੀ ਦੇ ਵਸ ਹੈ ਸਭ ਕੁਝ, ਇਹ ਜਾਣ ਕੇ ਭਗਤਾਂ ਦੇ ਹਿਰਦਿਆਂ ਵਿੱਚ ਸਦਾ ਆਨੰਦ ਬਣਿਆ ਰਹਿੰਦਾ। ਜਦੋਂ ਕੋਈ ਬੰਦੇ ਦੇ ਮਨ 'ਚ ਚਿੰਤਾ ਹੋਵੇ ਵੀ ਬੰਦੇ ਦੇ ਵਸ ਹੈ, ਫਲਾਣੇ ਬੰਦੇ ਦੇ ਵਾਸਤੇ ਕੰਮ ਹੈ, ਫਲਾਣੇ ਦੇ ਵਾਸਤੇ ਕੰਮ ਹੈ, ਉਦੋਂ ਚਿੰਤਾ ਹੁੰਦੀ ਹੈ ਵੀ ਖਬਰੇ ਕਰੇ ਕਿ ਨਾ ਕਰੇ, ਖਬਰੇ ਦੇ ਕੋਲ ਹੋਵੇ ਕਿ ਨਾ ਹੋਵੇ। ਜਦੋਂ ਇਹ ਜਾਣ ਲਵੇ ਕਿ ਸਭ ਕੁਝ ਹਰੀ ਦੇ ਵਸ ਹੈ ਤੇ ਹਰੀ ਜੋ ਚਾਹੇ ਮਰਜ਼ੀ ਕਰ ਸਕਦਾ, ਇਹ ਜਾਣ ਕੇ ਭਗਤਾਂ ਦਾ ਹਿਰਦਾ ਆਨੰਦ 'ਚ ਹੋ ਜਾਂਦਾ, ਖੇੜੇ 'ਚ ਹੋ ਜਾਂਦਾ ਕਿ ਉਹ ਜੋ ਚਾਹੇ ਕਰ ਸਕਦਾ। ਭਗਤਾਂ ਦੇ ਹਿਰਦੇ ਵਿੱਚ ਆਨੰਦ ਦਾ ਮੂਲ ਕਾਰਨ ਹੀ ਹੈ। ਕੋਈ ਪੁੱਛੇ ਕਿ ਭਗਤ ਕਿਵੇਂ ਆਨੰਦਿਤ ਰਹਿੰਦੇ ਆ, ਸਦਾ ਆਨੰਦ 'ਚ ਕਿਵੇਂ ਰਹਿੰਦੇ ਆ, ਕਿੰਨੀਆਂ ਪਰਿਸਥਿਤੀਆਂ 'ਚੋਂ ਗੁਜ਼ਰਦੇ ਆ, ਸਮੱਸਿਆਵਾਂ ਤਾਂ ਉਹਨਾਂ ਨੂੰ ਵੀ ਆਉਂਦੀਆਂ। ਰੋਟੀ ਤਾਂ ਕਈ ਵਾਰੀ ਕਬੀਰ ਜੀ ਦੇ ਘਰ ਵੀ ਨਹੀਂ ਸੀ ਪੱਕਦੀ, ਲੜਦੀ ਤਾਂ ਕਦੇ ਮਾਤਾ ਵੀ ਆ ਕੇ ਸੀ ਭਗਤ ਕਬੀਰ ਜੀ ਨਾਲ। ਪਰਿਵਾਰਕ ਝਮੇਲੇ ਤਾਂ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਸਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸੰਸਾਰ ਹੈ, ਵਿੱਚੋਂ ਤਾਂ ਨਿਕਲਣਾ ਪਿਆ ਹੋਵੇਗਾ ਉਹਨਾਂ ਨੂੰ, ਫਿਰ ਵੀ ਉਹ ਆਨੰਦ 'ਚ ਕਿਵੇਂ ਰਹਿੰਦੇ ਸੀ। ਸਾਨੂੰ ਤਾਂ ਇੱਕਦਮ ਘਬਰਾਹਟ ਹੋ ਜਾਂਦੀ, ਇੱਕਦਮ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਆ, ਇੱਕਦਮ ਸਾਡਾ ਹਿਰਦਾ ਚਿੰਤਤ ਹੋ ਜਾਂਦਾ। ਵਿਚਰਦੇ ਤਾਂ ਉਹ ਵੀ ਸੀ। ਕਿਵੇਂ ਬਾਜਾਂ ਵਾਲੇ ਕਲਗੀਧਰ ਜੀ ਆਨੰਦਪੁਰ ਸਾਹਿਬ ਦੇ ਸਾਰੇ ਸ਼ਾਹੀ ਮਹੱਲ ਛੱਡ ਦਿੰਦੇ, ਫੌਜਾਂ ਨਹੀਂ ਹਨ, ਨੇਤਰਾਂ ਦੇ ਸਾਹਮਣੇ ਦੋਵੇਂ ਪੁੱਤ ਸ਼ਹੀਦ ਹੋ ਗਏ ਨੇ, ਛੋਟਿਆਂ ਦਾ ਪਤਾ ਨਹੀਂ। ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਣਾ ਲਾ ਕੇ ਲੱਤ ਤੇ ਲੱਤ ਧਰ ਕੇ ਬੇਪਰਵਾਹੀ ਦੇ ਆਲਮ 'ਚ ਆਨੰਦ 'ਚ ਪਏ ਨੇ। ਕਿਵੇਂ ਕੋਈ ਏਦਾਂ ਰਹਿ ਸਕਦਾ? ਅਸੀਂ ਤਾਂ ਕੋਈ ਸਮਾਜ ਵਿੱਚ ਉਦਾਂ ਕੋਈ ਘਟਨਾ ਘਟ ਜੇ ਇੱਕਦਮ ਆਹਤ ਹੋ ਜਾਂਦੇ ਆ, ਇੱਕਦਮ ਸਾਡਾ ਹਿਰਦਾ ਬੇਬਲ ਹੋ ਜਾਂਦਾ, ਚਿੰਤਤ ਹੋ ਜਾਂਦਾ, ਪਰੇਸ਼ਾਨ ਹੋ ਜਾਂਦੇ ਆ। ਭਗਤ ਕਿਵੇਂ ਆਨੰਦ 'ਚ ਰਹਿੰਦੇ ਆ? ਹੈਣ ਤਾਂ ਉਹ ਵੀ ਸਾਡੇ ਵਰਗੇ ਇਨਸਾਨ, ਸਾਡੇ ਵਰਗੇ ਸਰੀਰ ਨੇ ਉਹਨਾਂ ਦੇ ਅੰਦਰ ਆਨੰਦ ਦੀ ਦਸ਼ਾ ਕਿਵੇਂ ਬਣੀ ਰਹਿੰਦੀ ਹੈ? ਕਦੇ ਸੋਚੋ, ਕਦੇ ਵਿਚਾਰੋ ਕਿ ਹਾਥੀ ਦੇ ਪੁੜਾਂ ਦੇ ਸਾਹਮਣੇ ਕਬੀਰ ਜੀ ਨੂੰ ਬਿਠਾਇਆ ਗਿਆ ਕਿ ਬਸ ਹੁਣ ਹਾਥੀ ਨੇ ਪੁੜ ਚੁੱਕਣੇ ਆ, ਕਬੀਰ ਦੀ ਛਾਤੀ ਤੇ ਧਰਨੇ ਆ ਤੇ ਥੱਲੇ ਦੱਬ ਦੇਣਾ। ਤੇ ਕਬੀਰ ਜੀ ਮਹਾਰਾਜ ਉਸ ਹਾਥੀ ਦੇ ਪੁੜਾਂ ਦੇ ਸਾਹਮਣੇ ਬੈਠੇ ਵੀ ਆਨੰਦ 'ਚ ਨੇ। ਉਹ ਆਨੰਦ ਉੱਥੇ ਕਿਵੇਂ ਬਣਿਆ ਹੋਇਆ? ਉਹ ਜਾਣਦੇ ਨੇ
ਕਿ ਇਸ ਹਾਥੀ ਦੇ ਵਸ ਕੁਝ ਨਹੀਂ, ਇਹਦੇ ਵਿੱਚ ਵਸਣ ਵਾਲਾ ਮੇਰਾ ਜਿਹੜਾ ਹਰੀ ਹੈ ਸਭ ਕੁਝ ਉਹਦੇ ਵਸ ਹੈ। ਤੇ ਉਹ ਹਾਥੀ ਕਬੀਰ ਜੀ ਦੇ ਉੱਤੇ ਪੁੜ ਧਰਨ ਦੀ ਬਜਾਏ ਉਹੀ ਪੁੜ ਆਪਣੇ ਜੋੜ ਕੇ ਮੱਥਾ ਟੇਕਦਾ, ਸੀਸ ਝੁਕਾਉਂਦਾ। ਭਗਤਾਂ ਦੇ ਅੰਦਰ ਆਨੰਦ ਦੀ ਦਸ਼ਾ ਬਣੀ ਰਹਿੰਦੀ ਹੈ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਹੈ। ਇਸ ਤਰੀਕੇ ਨਾਲ ਆਨੰਦ ਵਿੱਚ ਰਹਿੰਦੇ ਆ ਕਿਉਂਕਿ ਉਹ ਜਾਣਦੇ ਨੇ ਕਿ ਸਭ ਕੁਝ ਹਰੀ ਦੇ ਵਸ ਹੈ। ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਸਭ ਕੁਝ ਹਰੀ ਦੇ ਵਸ ਹੈ, ਇਹ ਜਾਣ ਕੇ ਭਗਤਾਂ ਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਹੈ, ਖੇੜਾ ਹੈ। ਕਿਸੇ ਬੰਦੇ ਦੇ ਵਸ ਕੁਝ ਨਹੀਂ, ਕਿਸੇ ਜੀਵ ਦੇ ਵਸ ਕੁਝ ਨਹੀਂ। ਸਭ ਕੋ ਤੇਰੇ ਵਸ, ਅਗਮ ਅਗੋਚਰਾ। हे ਪ੍ਰਭੂ, ਸਭ ਕੁਝ ਤੇਰੇ ਵਸ ਹੈ। ਤੇ ਭਗਤ ਇਸ ਕਰਕੇ ਵੀ ਆਨੰਦ ਚ ਨੇ ਕਿ ਜਿਸ ਦੇ ਸਭ ਕੁਝ ਵਸ ਵਿੱਚ ਹੈ, ਉਹ ਸਾਡੇ ਪ੍ਰੇਮ ਦੇ ਵਿੱਚ ਸਾਡੇ ਵਸ ਆਇਆ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਵੀ ਆਨੰਦ ਚ ਨੇ ਕਿ ਜਿਹੜਾ ਵਾਹਿਗੁਰੂ ਸਾਰੇ ਸੰਸਾਰ ਨੂੰ ਆਪਣੇ ਵਸ 'ਚ ਰੱਖਦਾ ਹੈ, ਉਹ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਮਹਾਰਾਜ ਭਗਤ ਸੂਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਭਗਤਾਂ ਚੋਂ ਮਹਾਨ ਭਗਤ ਭਗਤ ਸੂਰਦਾਸ। ਭਾਰਤ ਖੰਡ ਦੀ ਭੂਮੀ ਦੇ ਜਿਤਨੇ ਕਵੀ ਨੇ, ਜਿਤਨੇ ਵੀ ਕਵੀ ਨੇ, ਉਹਨਾਂ ਕਵੀਆਂ ਚੋਂ ਸੂਰਜ ਵਾਂਗੂ ਚਮਕਣ ਵਾਲੇ ਕਵੀ ਨੇ ਕਵੀ ਸੂਰਦਾਸ ਜੀ। ਸੂਰਦਾਸ ਜੀ ਮਹਾਰਾਜ ਉਹਨਾਂ ਸਾਰੇ ਕਵੀਆਂ ਵਿੱਚੋਂ ਸੂਰਜ ਨੇ। ਸੂਰ ਸੂਰ ਸਮ। ਸੂਰਦਾਸ ਜੀ ਸੂਰਜ ਵਾਂਗੂ ਹਨ। ਇਹੋ ਜਿਹੇ ਮਹਾਨ ਕਵੀ, ਉਹਨਾਂ ਦੀ ਲਿਖੀ ਸੂਰ ਰਚਨਾਵਲੀ ਮਿਲਦੀ, ਦੋਹੇ ਮਿਲਦੇ ਆ, ਬੜੇ ਸੁੰਦਰ। ਆਪਣੇ ਪਟਿਆਲੇ ਤੋਂ ਭਾਸ਼ਾ ਵਿਭਾਗ ਦਫ਼ਤਰ ਹੈ, ਸ਼ੇਰਾਂ ਵਾਲੇ ਗੇਟ ਦੇ ਨੇੜੇ, ਉੱਥੇ ਪੁਸਤਕਾਂ ਮਿਲਦੀਆਂ। ਕੁਝ ਸਮਾਂ ਪਹਿਲਾਂ ਉੱਥੋਂ ਪੁਸਤਕ ਲਈ ਸੀ ਛਪੀ, ਸੂਰ ਰਚਨਾਵਲੀ। ਹੁਣ ਵੀ ਮਿਲਦੀ ਹੋਵੇਗੀ। ਬੜੇ ਬੜੇ ਸੁੰਦਰ ਭਗਤੀ ਭਾਵਨਾ ਵਾਲੇ ਭਗਤ ਸੂਰਦਾਸ ਜੀ ਦੀ ਇੱਕ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਾਰੰਗ ਚ ਦਰਜ ਹੈ। ਮਹਾਂਪੁਰਸ਼ ਦੱਸਦੇ ਆ ਵੀ ਜਦੋਂ ਭਗਤ ਸੂਰਦਾਸ ਜੀ ਮਹਾਰਾਜ ਜੀ ਕੋਲ ਹਾਜ਼ਰ ਹੋਏ ਨਾ ਬਾਣੀ ਲਿਖਾਉਣ ਨੂੰ, ਤਾਂ ਇਹ ਪੰਕਤੀ ਕਹੀ ਉਹਨਾਂ ਨੇ, ਛਾੜ ਮਨ ਹਰ ਬਿਮੁਖਨ ਕੋ ਸੰਗ। ਬਸ ਇੰਨਾ ਕਹਿੰਦੇ ਆ ਉਹਨਾਂ ਦੀ ਸਮਾਧੀ ਲੱਗ ਗਈ। ਪੰਜਵੇਂ ਪਾਤਸ਼ਾਹ ਜੀ ਬੈਠੇ, ਜੋ ਉਹਨਾਂ ਨੇ ਅੱਗੇ ਕਹਿਣਾ ਸੀ ਸੂਰਦਾਸ ਜੀ ਨੇ, ਉਹਨਾਂ ਵੱਲੋਂ ਗੁਰਦੇਵ ਨੇ ਆਪ ਸਾਰਾ ਸ਼ਬਦ ਸੰਪੂਰਨ ਕੀਤਾ। ਮਹਾਰਾਜ ਭਗਤ ਸੂਰਦਾਸ ਜੀ ਐਸੇ ਮਹਾਨ ਕੀਰਤਨੀਏ ਸਨ, ਨੇਤਰਾਂ ਤੋਂ ਨਹੀਂ ਸਨ ਵੇਖ ਸਕਦੇ। ਪਹਿਲਾ ਨਾਮ ਇਹਨਾਂ ਦਾ ਮਦਨ ਸੀ। ਬੜੇ ਸੁੰਦਰ, ਕਾਫੀ ਉਹਨਾਂ ਦੀ ਵੱਡੀ ਜਨਮ ਸਾਖੀ ਹੈ। ਤੇ ਕੀਰਤਨ ਕਰਦੇ, ਸਤਸੰਗ ਕਰਦੇ, ਇੱਕ ਦਿਨ ਇੱਕ ਨਗਰ ਵਿੱਚ ਕਿਸੇ ਪਰਿਵਾਰ ਨੇ ਘਰ ਵਿੱਚ ਸੰਗਤ ਰੱਖੀ, ਕੀਰਤਨ ਦਾ ਸਮਾਗਮ ਰੱਖਿਆ। ਭਗਤ ਸੂਰਦਾਸ ਜੀ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਅੱਜ ਰਾਤ ਨੂੰ ਸਾਡੇ ਘਰ ਕੀਰਤਨ ਕਰੋ। ਕਹਿੰਦੇ ਆਵਾਂਗੇ, ਤੁਹਾਨੂੰ ਪਤਾ ਹੈ ਕਿ ਮੈਂ ਨੇਤਰਾਂ ਤੋਂ ਵੇਖ ਨਹੀਂ ਸਕਦਾ, ਲੈ ਜਾਇਓ ਤੇ ਛੱਡ ਜਾਇਓ। ਉਹ ਕਹਿੰਦੇ ਜੀ ਲੈ ਵੀ ਜਾਵਾਂਗੇ ਛੱਡ ਵੀ ਜਾਵਾਂਗੇ। ਬਾਹਰ ਨਗਰ ਤੋਂ ਜੰਗਲ ਸੀ, ਉੱਥੇ ਉਹਨਾਂ ਦੀ ਕੁਟੀਆ ਸੀ, ਆਸ਼ਰਮ ਸੀ, ਉੱਥੇ ਰਹਿੰਦੇ ਸੀ ਭਗਤ ਜੀ।
ਸ਼ਾਮ ਦਾ ਸਮਾਂ ਉਹ ਭਗਤ ਜੀ ਨੂੰ ਨਾਲ ਲੈ ਗਏ, ਕੀਰਤਨ ਹੋਇਆ। ਰਾਤ ਦਾ ਵਾਹਵਾ ਸਮਾਂ, ਅੱਧੀ ਕੁ ਰਾਤ ਹੋ ਗਈ। ਕੀਰਤਨ ਕਰਦਿਆਂ ਸਮਾਂ ਵਾਹਵਾ ਲੱਗ ਗਿਆ। ਪਰਿਵਾਰ ਵਾਲੇ ਭੁੱਲ ਗਏ, ਦੂਜੇ ਜਿਹੜੇ ਸੰਬੰਧੀ ਆਏ, ਸਤਸੰਗੀ ਆਏ, ਉਹਨਾਂ ਦੀ ਸੇਵਾ 'ਚ ਲੱਗ ਗਏ। ਉਹਨਾਂ ਨੂੰ ਇਹ ਭੁੱਲ ਹੀ ਗਿਆ ਵੀ ਭਗਤ ਸੂਰਦਾਸ ਜੀ ਨੂੰ ਵਾਪਸ ਛੱਡ ਕੇ ਆਉਣਾ। ਭਗਤ ਜੀ ਨੇ ਵੀ ਕੁਝ ਸਮਾਂ ਉਡੀਕ ਕੀਤੀ, ਵੇਖਿਆ ਵੀ ਚਲੋ ਇਹ ਰੁੱਝ ਗਏ ਨੇ। ਤੇ ਸੂਰਮਿਆਂ ਦੇ ਵਿੱਚ ਜਿਹੜੇ ਨੇਤਰਾਂ ਤੋਂ ਨਹੀਂ ਵੇਖ ਸਕਦੇ, ਉਹਨਾਂ ਨੂੰ ਪਰਮੇਸ਼ਰ ਨੇ ਦਿਮਾਗ ਦੀ ਸੁਰਤ ਦਿੱਤੀ ਹੁੰਦੀ, ਉਹਨਾਂ ਨੂੰ ਦਿਸ਼ਾ ਯਾਦ ਰਹਿੰਦੀ, ਰਸਤਾ ਚੇਤੇ ਰਹਿੰਦਾ। ਭਗਤ ਜੀ ਦੇ ਹੱਥ ਵਿੱਚ ਡੰਗਡੋਰੀ ਸੀ, ਉਹਦੇ ਨਾਲ ਕਹਿੰਦੇ ਚਲੋ ਆਪੇ ਸਹਿਜੇ ਸਹਿਜੇ ਚਲੇ ਜਾਂਦੇ ਆ। ਉਹ ਟੁਰ ਪਏ। ਤੁਰੇ ਜਾਂਦੇ ਨੇ ਤੇ ਉਹ ਜਾਪ ਜਪਦੇ ਹੁੰਦੇ ਸੀ ਭਗਤ ਸੂਰਦਾਸ ਜੀ, ਹਰੇ ਕ੍ਰਿਸ਼ਨ ਹਰੇ ਰਾਮ। ਇਹ ਜਾਪ ਉਹਨਾਂ ਦੀ ਰਸਨਾ ਤੇ ਹੁੰਦਾ ਸੀ। ਤੁਰੇ ਜਾਂਦੇ ਤੇ ਰਸਤੇ ਵਿੱਚ ਜਿੱਥੋਂ ਲੰਘ ਰਹੇ ਨੇ ਉੱਥੇ ਇੱਕ ਖੂਹ ਹੈ। ਖੂਹ ਦੇ ਆਲੇ ਦੁਆਲੇ ਕੋਈ ਵਾੜ ਨਹੀਂ ਸੀ ਤੇ ਸੁਰਤ ਲੱਗੀ ਹੋਈ, ਜਾਪ ਜਪਦੇ ਜਾ ਰਹੇ ਨੇ ਪਰਮੇਸ਼ਰ ਦਾ। ਡੰਗਡੋਰੀ ਨਾਲ ਇਦਾਂ ਟੋਂਦੇ ਤੇ 2-4 ਕਦਮ ਪੁੱਟਦੇ ਤੇ ਖੂਹ 'ਚ ਡਿੱਗਣ ਦੇ ਆਸਾਰ ਬਣ ਗਏ। ਉਧਰੋਂ ਭਗਵਾਨ ਨੇ ਵੇਖਿਆ ਕਿ ਕਿਤੇ ਮੇਰਾ ਭਗਤ ਖੂਹ 'ਚ ਨਾ ਡਿੱਗ ਪਏ, ਰਾਤ ਦਾ ਸਮਾਂ ਹੈ। ਇੱਕ ਬਾਲਕ ਦਾ ਰੂਪ ਧਾਰਨ ਕੀਤਾ ਤੇ ਅੱਗੇ ਆ ਕੇ ਭਗਤ ਸੂਰਦਾਸ ਜੀ ਦੇ ਖਲੋ ਗਏ। ਜਿਹੜੀ ਹੱਥ 'ਚ ਉਹਨਾਂ ਦੇ ਸੋਟੀ ਸੀ, ਉਹਦਾ ਅਗਲਾ ਸਿਰਾ ਫੜ ਲਿਆ। ਠਹਿਰੋ ਮਹਾਰਾਜ, ਅੱਗੇ ਖੂਹ ਹੈ। ਮਹਾਰਾਜ ਭਗਤ ਸੂਰਦਾਸ ਜੀ ਨੂੰ ਪਾਸੇ ਲੈ ਕੇ ਉਸੇ ਸੋਟੀ ਦੇ ਨਾਲ ਅੱਗੋਂ ਫੜ ਕੇ ਤੇ ਦੂਜੇ ਪਾਸੇ ਲੈ ਗਏ। ਭਗਤ ਜੀ ਨੇ ਵੇਖਿਆ, ਸੁਣਿਆ, ਨੇਤਰਾਂ ਤੋਂ ਤਾਂ ਵੇਖ ਨਹੀਂ ਸੀ ਸਕਦੇ ਵੀ ਆਵਾਜ਼ ਕਿਸੇ ਬਾਲਕ ਦੀ ਹੈ। ਮਹਾਰਾਜ ਕੌਣ ਹੋ ਤੁਸੀਂ? ਕਹਿੰਦੇ ਜੀ ਮੈਂ ਇੱਕ ਬਾਲਕ ਹਾਂ। ਪ੍ਰਭੂ ਨੂੰ ਮਿਲਣ ਵਾਸਤੇ, ਅਕਾਲ ਪੁਰਖ 'ਚ ਅਭੇਦ ਹੋਣ ਵਾਸਤੇ ਸਭ ਤੋਂ ਪਿਆਰੀ ਬੁੱਧੀ ਹੁੰਦੀ ਹੈ ਬਾਲਕ ਦੀ ਬੁੱਧੀ, ਨਿਰਛਲ, ਨਿਸ਼ਕਪਟ, ਨਿਰਵਿਵਾਦ। ਭਗਤ ਜੀ ਨੂੰ ਇਉਂ ਪ੍ਰਤੀਤ ਹੋਣ ਲੱਗਾ, ਹੋਵੇ ਨਾ ਹੋਵੇ ਮੇਰਾ ਭਗਵਾਨ ਤਾਂ ਨਹੀਂ ਆਇਆ ਮੈਨੂੰ ਬਚਾਉਣ। ਅੰਦਰਲੀਆਂ ਅੱਖਾਂ ਵੇਖਦੀਆਂ। ਇੱਕ ਸਿਰਾ ਭਗਵਾਨ ਜੀ ਨੇ ਫੜਿਆ ਤੇ ਇੱਕ ਸਿਰਾ ਭਗਤ ਸੂਰਦਾਸ ਜੀ ਦੇ ਹੱਥ ਵਿੱਚ ਹੈ ਸੋਟੀ ਦਾ। ਤੇ ਹੌਲੇ ਹੌਲੇ ਹੱਥ ਜਾ ਵਧਾਉਂਦੇ ਅੱਗੇ ਨੂੰ। ਫਿਰ ਪੁੱਛਦੇ, ਮਹਾਰਾਜ ਕੀ ਨਾਮ ਹੈ ਤੁਹਾਡਾ? ਅੱਗੋਂ ਬਾਲਕ ਭਗਵਾਨ ਹੀ ਸੀ। ਕਹਿਣ ਲੱਗੇ ਇੱਕ ਨਾਂ ਨਹੀਂ ਹੈ। ਭਗਤ ਜੀ ਫਿਰ ਪੁੱਛਦੇ, ਜੇ ਇੱਕ ਨਾਮ ਨਹੀਂ ਤੇ ਫਿਰ ਤੁਹਾਨੂੰ ਕਿਸੇ ਨਾਂ ਨਾਲ ਤਾਂ ਕੋਈ ਬੁਲਾਉਂਦਾ ਹੋਣਾ ਨਾ। ਉਹ ਕਹਿੰਦੇ ਜਿਹੜੇ ਨਾਂ ਨਾਲ ਕੋਈ ਬੁਲਾਉਂਦਾ ਮੈਂ ਚਲਿਆ ਜਾਂਦਾ। ਹੁਣ ਤਾਂ ਪੱਕਾ ਹੋ ਗਿਆ ਮਨ 'ਚ ਵੀ ਅਨੇਕਾਂ ਨਾਵਾਂ ਵਾਲਾ ਤਾਂ ਮੇਰਾ ਰੱਬ ਹੀ ਹੋ ਸਕਦਾ। ਕਹਿੰਦੇ ਅਨੇਕਾਂ ਨਾਂ ਨੇ, ਜਿਸ ਨਾਂ ਨਾਲ ਕੋਈ ਬੁਲਾਉਂਦਾ ਮੈਂ ਚਲਿਆ ਜਾਂਦਾ। ਅੱਛਾ ਮਹਾਰਾਜ ਰਹਿੰਦੇ ਕਿੱਥੇ ਹੋ? ਫਿਰ ਪੁੱਛਦੇ, ਨਾਲੇ ਹੱਥ ਵਧਾਈ ਜਾਂਦੇ ਵੀ ਹੌਲੇ ਹੌਲੇ ਗੱਲਾਂ ਵਿੱਚ ਲਾ ਕੇ ਭਗਵਾਨ ਜੀ ਦਾ ਹੱਥ ਫੜ ਕੇ ਘੁੱਟ ਕੇ ਜੱਫੇ 'ਚ ਲੈ ਲਾਂਗਾ ਤੇ ਛੱਡਾਂਗਾ ਨਹੀਂ। ਕਹਿੰਦੇ ਸੂਰਮੇ ਸਿੰਘ ਦਾ ਜਿਹੜਾ ਜੱਫਾ ਹੁੰਦਾ ਨਾ, ਜਿਨ੍ਹਾਂ ਨੂੰ ਨੇਤਰਾਂ 'ਚੋਂ ਨਹੀਂ ਵਿਖਦਾ, ਉਹ ਜਦੋਂ ਜੱਫਾ ਚਾੜ ਲੈਣ ਤੇ ਉਹਦੇ 'ਚੋਂ ਛਡਾਣਾ ਬੜਾ ਔਖਾ ਹੁੰਦਾ, ਕਿਉਂਕਿ ਉਹਨੇ ਸਾਰਾ ਧਿਆਨ ਉਸ ਜੱਫੇ ਵਿੱਚ ਆਪਣੀਆਂ ਬਾਹਾਂ 'ਚ ਕੇਂਦਰਿਤ ਕੀਤਾ ਹੁੰਦਾ। ਫਿਰ ਪੁੱਛਦੇ, ਮਹਾਰਾਜ ਰਹਿੰਦੇ ਕਿੱਥੇ ਹੋ? ਕਹਿੰਦੇ ਕੋਈ ਇੱਕ ਟਿਕਾਣਾ ਨਹੀਂ ਹੈ, ਇੱਕ ਜਗ੍ਹਾ ਨਹੀਂ ਹੈ। ਮਹਾਰਾਜ ਤੁਹਾਡੇ ਮਾਤਾ ਪਿਤਾ ਕਹਿੰਦੇ ਉਹ ਵੀ ਨਹੀਂ ਹਨ। ਹੁਣ ਜਿਸ ਦਾ ਕੋਈ ਮਾਂ ਪਿਓ ਨਹੀਂ, ਉਹ ਅਕਾਲ ਪੁਰਖ ਹੀ ਹੈ, ਪਰਮੇਸ਼ਰ ਹੈ। ਏਦਾਂ ਗੱਲਾਂ ਲਾਉਂਦੇ ਲਾਉਂਦੇ, ਪੁੱਛਦੇ ਪੁੱਛਦੇ ਹੱਥ ਅੱਗੇ ਵਧਾਈ ਜਾਂਦੇ ਐ। ਜਦੋਂ 4 ਕੁੰਗਲਾਂ ਦਾ ਫਾਸਲਾ ਰਹਿ ਗਿਆ ਨਾ, ਭਗਵਾਨ ਜੀ ਨੇ ਵੇਖਿਆ ਵੀ ਮੈਨੂੰ ਫੜਨ ਦੀ ਤਰਕੀਬ ਵਰਤਾਉਂਦੇ ਐ।
ਹੱਥ ਛੱਡ ਕੇ ਨਾ ਪਿੱਛੇ ਦੂਰ ਜਾ ਕੇ ਖਲੋ ਗਏ ਤੇ ਉੱਚੀ ਉੱਚੀ ਖਿੜ ਖਿੜ ਕੇ ਹੱਸਣ ਲੱਗ ਪਏ। ਮੈਨੂੰ ਫੜਨਾ ਚਾਹੁੰਦੇ ਸੀ। ਭਗਤ ਸੂਰਦਾਸ ਜੀ ਦੇ ਹੱਥੋਂ ਸੋਟੀ ਜ਼ਮੀਨ ਤੇ ਡਿੱਗ ਪਈ। ਨੇਤਰਾਂ ਚੋਂ ਪਾਣੀ ਵਹਿਣ ਲੱਗਾ ਤੇ ਬੋਲੇ, ਮਹਾਰਾਜ, ਮੈਨੂੰ ਨਿਰਬਲ ਤੇ ਕਮਜ਼ੋਰ ਜਾਣ ਕੇ ਮੇਰੇ ਇਹਨਾਂ ਹੱਥਾਂ ਚੋਂ ਆਪਣਾ ਹੱਥ ਛੁਡਾ ਕੇ ਮੇਰੀ ਇਸ ਨਿਰਬਲਤਾ ਤੇ ਮੇਰੀ ਇਸ ਕਮਜ਼ੋਰੀ ਤੇ ਹੱਸ ਰਹੇ ਹੋ ਕਿ ਮੈਂ ਕਮਜ਼ੋਰ ਹਾਂ, ਤੁਹਾਨੂੰ ਪਕੜ ਨਹੀਂ ਸਕਿਆ। ਮੈਂ ਨਿਰਬਲ ਹਾਂ, ਇਹਨਾਂ ਹੱਥਾਂ ਨਾਲ ਤੁਹਾਡਾ ਹੱਥ ਪਕੜ ਨਹੀਂ ਸਕਿਆ ਤੇ ਮੇਰੀ ਇਸ ਨਿਰਬਲਤਾ ਤੇ ਮੇਰੀ ਇਸ ਕਮਜ਼ੋਰੀ ਤੇ ਹੱਸ ਰਹੇ ਹੋ। ਮਹਾਰਾਜ, ਇਹਨਾਂ ਹੱਥਾਂ ਵਿੱਚੋਂ ਤਾਂ ਆਪਣਾ ਹੱਥ ਛੁਡਾ ਲਿਆ ਤੇ ਹੱਸ ਰਹੇ ਹੋ। ਮੇਰੇ ਹਿਰਦੇ ਵਿੱਚੋਂ ਜੇ ਆਪਣਾ ਆਪ ਛੁਡਾ ਕੇ ਵੇਖੋ ਤਾਂ ਮੈਂ ਕਹਾਂ ਕਿ ਤੁਸੀਂ ਮਰਦ ਹੋ। ਮੇਰੇ ਹਿਰਦੇ ਚੋਂ ਆਪਣਾ ਆਪ ਛੁਡਾ ਕੇ ਦੇਖੋ ਤਾਂ ਮੈਂ ਮੰਨਾਂ ਕਿ ਤੁਸੀਂ ਮਰਦ ਹੋ। ਇਹਨਾਂ ਹੱਥਾਂ ਚੋਂ ਤਾਂ ਛੁਡਾ ਲਿਆ, ਹਿਰਦੇ ਦੀ ਪਕੜ ਤੋਂ ਕਿੱਥੋਂ ਛੁਡਾਓਗੇ ਜਿੱਥੇ ਮੈਂ ਪ੍ਰੇਮ ਦੀ ਡੋਰ ਨਾਲ ਤੁਹਾਨੂੰ ਖਿੱਚ ਕੇ ਬੰਨਿਆ ਹੋਇਆ। ਹਮ ਪ੍ਰੇਮ ਬੰਧਨ ਤੁਮ ਬਾਂਧੇ। ਜਿਹੜਾ ਰੱਬ ਸਾਰੀ ਦੁਨੀਆ ਨੂੰ ਆਪਣੇ ਵੱਸ 'ਚ ਕਰ ਲੈਂਦਾ, ਉਹ ਰੱਬ ਆਪਣੇ ਭਗਤਾਂ ਦੇ ਵੱਸ ਵਿੱਚ ਪਿਆ ਉੱਥੋਂ ਮੁਕਤ ਨਹੀਂ ਹੁੰਦਾ। ਤੂੰ ਭਗਤਾਂ ਕੈ ਵਸ। ਇਹ ਜਾਣ ਕੇ ਭਗਤਾਂ ਦੇ ਅੰਦਰ ਆਨੰਦ ਹੈ। ਕੋਈ ਪੁੱਛੇ ਕਿਵੇਂ ਰਹਿੰਦੇ ਨੇ ਆਨੰਦ ਵਿੱਚ, ਉਹ ਜਾਣਦੇ ਨੇ ਸਾਡਾ ਪ੍ਰਭੂ ਸਾਡੇ ਕੋਲ ਹੈ। ਇਹ ਜਾਣ ਕੇ ਆਨੰਦ ਵਿੱਚ ਨੇ। ਇੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਇਹ ਜਾਣ ਕੇ ਕਿ ਸਭ ਕੁਝ ਹਰੀ ਦੇ ਵਸ ਹੈ, ਭਗਤਾਂ ਦੇ ਹਿਰਦੇ ਰੂਪੀ ਘਰ ਵਿੱਚ ਸदैवी ਤੌਰ ਤੇ ਆਨੰਦ ਹੈ। ਹਰ ਭਗਤਾਂ ਕਾ ਮੇਲੀ ਸਰਬੱਤ ਸਾ, ਨਿਸੁਲ ਜਨ ਟੰਗ ਧਰ। ਹਰੀ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਦਾ ਜਿਹੜਾ ਮੇਲੀ ਹੈ, ਜਿਹਦੇ ਨਾਲ ਉਹ ਮਿਲ ਕੇ ਰਹਿੰਦੇ ਆ, ਉਹ ਕੌਣ ਹੈ? ਜਿਹੜਾ ਸਾਰਿਆਂ 'ਚ ਰਹਿੰਦਾ, ਸਰਬੱਤ ਸੌ, ਜਿਹੜਾ ਸਾਰਿਆਂ ਵਿੱਚ ਵਸਦਾ, ਉਹ ਭਗਤਾਂ ਦਾ ਮੇਲੀ। ਇਹ ਜਾਣ ਕੇ ਜਿਵੇਂ ਕਿਸੇ ਦਾ ਕੋਈ ਤਾਕਤਵਰ ਬੰਦਾ ਮੇਲੀ ਹੋਵੇ ਨਾ, ਮਿਲਣਸਾਰ, ਕਿਸੇ ਕੋਲ ਕੋਈ ਦੁਨਿਆਵੀ ਪਦਵੀ ਹੋਵੇ ਤੇ ਉਹ ਮੇਲੀ ਹੋਵੇ, ਤੇ ਫਿਰ ਉਹ ਕਹਿੰਦਾ ਮੈਨੂੰ ਕਾਹਦੀ ਪਰਵਾਹ, ਫਲਾਣੇ ਬੰਦੇ ਦੇ ਨਾਲ ਮੇਰੀ ਮਿੱਤਰਤਾ। ਉਹ ਥੋੜਾ ਜਿਹਾ ਬੇਫਿਕਰੀ, ਕਿਸੇ ਅਫਸਰ ਨਾਲ ਵੀ ਕਿਸੇ ਦਾ ਥੋੜਾ ਬਹੁਤਾ ਮੇਲ ਮਿਲਾਪ ਹੋਵੇ ਤਾਂ ਉਹ ਕਹਿੰਦਾ ਕੋਈ ਨਹੀਂ, ਲਾਲ ਬੱਤੀ ਵੀ ਲੰਘ ਜੀਏ, ਮੇਰਾ ਤਾਂ ਫਲਾਣਾ ਮਿੱਤਰ ਹੈ, ਮੇਰਾ ਕਿਹੜਾ ਕਿਸੇ ਨੇ ਚਲਾਨ ਕੱਟਣਾ। ਕਹਿਣ ਤੋਂ ਭਾਵ ਕਿਸੇ ਦਾ ਕੋਈ, ਕਹਿੰਦੇ ਹੁਣ ਹਰੀ ਦੇ ਭਗਤਾਂ ਦਾ ਮੇਲੀ ਰੱਬ ਹੈ, ਪਰਮੇਸ਼ਰ ਹੈ, ਉਹ ਕਿੰਨੇ ਬੇਪਰਵਾਹ ਹੋਣਗੇ। ਕਹਿੰਦੇ ਨਿਸੁਲ ਦਾ ਮਤਲਬ ਹੁੰਦਾ ਵੀ ਬੇਫਿਕਰ ਹੋ ਕੇ, ਜਿਵੇਂ ਕਹਿੰਦੇ ਨੇ ਵੀ ਲੱਤ ਤੇ ਲੱਤ ਧਰ ਕੇ, ਕਹਿੰਦੇ ਕਿਵੇਂ ਲੇਟਿਆ ਪਿਆ ਵੀ ਇਹਨੂੰ ਪਰਵਾਹ ਕੋਈ ਨਹੀਂ। ਕਹਿੰਦੇ ਰੱਬ ਦੇ ਪਿਆਰੇ ਭਗਤ ਵੀ ਬੇਫਿਕਰੀ ਵਿੱਚ, ਨਿਸੁਲ ਜਨ ਟੰਗ ਧਰ, ਉਹ ਲੱਤ ਤੇ ਲੱਤ ਧਰ ਕੇ ਬੇਪਰਵਾਹ ਦੀ ਅਵਸਥਾ ਵਿੱਚ ਅਕਾਲ ਪੁਰਖ ਨੂੰ ਆਪਣਾ ਮੇਲੀ ਜਾਣ ਕੇ ਇਹੋ ਜਿਹੇ ਆਨੰਦ 'ਚ ਰਹਿੰਦੇ ਆ, ਬੇਪਰਵਾਹੀ ਦੇ ਆਲਮ 'ਚ। ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਖ ਸੁਆਮੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਕਿ ਉਹ ਸਾਡਾ ਮੇਲੀ ਆ, ਸਾਡੇ ਪੱਖ ਵਿੱਚ ਖੜਾ ਹੈ। ਇਹ ਜਾਣ ਕੇ ਰੱਬ ਦੇ ਪਿਆਰੇ ਭਗਤ ਜਨ ਬੇਪਰਵਾਹ ਹੋ ਜਾਂਦੇ ਆ। ਹਾਂਜੀ, ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਹਰੀ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਖਸਮ ਹੈ। ਹਰ ਸਭਨਾ ਕਾ ਹੈ ਖਸਮ। ਉਹ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਦਾ ਖਸਮ ਹੈ। ਸੋ ਭਗਤ ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਭਗਤ ਜਨ ਉਹਨੂੰ ਆਪਣੇ ਚਿੱਤ ਵਿੱਚ ਯਾਦ ਕਰਦੇ ਨੇ, ਉਸ ਨੂੰ ਆਪਣੇ ਚੇਤੇ 'ਚ ਚਿੰਤਨ ਕਰਕੇ ਅਰਾਧਦੇ ਹਨ। ਤੁਧ ਅਪੜ ਕੋਇ ਨਾ ਸਕੈ,
ਸਭ ਝਾਖ ਝਾਖ ਪਵੈ ਝੜ। ਇਹ ਵਾਹਿਗੁਰੂ ਆਪਣੇ ਬਲ ਨਾਲ ਨਹੀਂ ਤੇਰੇ ਤਾਈਂ ਕੋਈ ਅੱਪੜ ਸਕਦਾ। ਝੱਖ ਝੱਖਾਂ ਮਾਰ ਮਾਰ ਕੇ ਸਭ ਝੜ ਝੜ ਪੈਂਦੇ ਐ। ਆਪਣੇ ਬਲ ਨਾਲ, ਆਪਣੀ ਤਾਕਤ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਸਮਰੱਥਾ ਨਾਲ ਹੇ ਪ੍ਰਭੂ ਤੇਰੇ ਤਾਈਂ ਕੋਈ ਨਹੀਂ ਅੱਪੜ ਸਕਦਾ। ਤੇਰੇ ਤਾਈਂ ਉਹੀ ਅੱਪੜੇ ਨੇ ਜਿਨ੍ਹਾਂ ਤੇਰੇ ਨਾਲ ਪ੍ਰੇਮ ਕੀਤਾ, ਜਿਨ੍ਹਾਂ ਤੇਰੇ ਨਾਲ ਭਾਵ ਕੀਤਾ। ਪ੍ਰੇਮ ਕਰਨ ਵਾਲਿਆਂ ਨੂੰ ਤੂੰ ਆਪ ਆਪਣੇ ਨਾਲ ਮਿਲਾ ਲਿਆ, ਆਪ ਆਪਣੇ ਚ ਭੇਦ ਕਰ ਲਿਆ। ਇਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ। ਤੀਸਰੇ ਔਰ ਚੌਥੇ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬ ਕਿਰਪਾ ਕਰਨ ਇਹ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।